ਅਸੀਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਤੇ ਪਹੁੰਚਦੇ ਹਾਂ ਜਿੱਥੇ ਕਾਫੀ ਹਰਿਆਲੀ ਹੁੰਦੀ ਹੈ, ਖੁੱਲੀ ਆਕਸੀਜਨ ਹੁੰਦੀ ਹੈ। ਇੰਝ ਲੱਗਦਾ ਕਿ ਜਿਸ ਤਰ੍ਹਾਂ ਆਸ-ਪਾਸ ਹਵਾਵਾਂ ਹੀ ਚੱਲ ਰਹੀਆਂ ਨੇ। ਖੁਸ਼ੀ ਹੁੰਦੀ ਹੈ। ਜਿਹੜੀ ਜਗ੍ਹਾ ਤੇ ਅਸੀਂ ਮੌਜੂਦ ਹਾਂ ਉਹਨੂੰ ਕਹਿੰਦੇ ਨੇ ਅੰਮ੍ਰਿਤਸਰ ਦਾ ਤਾਰਾਮਾਲਾ ਪੁੱਲ, ਮਸ਼ਹੂਰ ਤਾਰਾਮਾਲਾ ਪੁੱਲ, ਜਿੱਥੇ ਵ੍ਰਿਕਸ਼ ਹੀ ਵ੍ਰਿਕਸ਼ ਨੇ, ਰੁੱਖ ਹੀ ਰੁੱਖ ਜਗ੍ਹਾ ਜਗ੍ਹਾ ਤੇ ਲੱਗੇ ਨੇ। ਪਰ ਅਫਸੋਸ ਹੋਏਗਾ ਤੁਹਾਨੂੰ ਇਹ ਸੁਣ ਕੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਦਰਖਤ ਲੱਗੇ ਨੇ ਉਹਨਾਂ ਨੂੰ ਕੱਟਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਤਾਂ ਕਾਫੀ ਰੁੱਖ ਕੱਟ ਵੀ ਦਿੱਤੇ ਗਏ ਨੇ ਜਿੱਥੇ ਅਸੀਂ ਮੌਜੂਦ ਹਾਂ। ਇੱਕ ਵਾਰ ਉੱਪਰ ਕੈਮਰਾ ਮੈਨ ਤੁਹਾਨੂੰ ਤਸਵੀਰ ਦਿਖਾਏਗਾ ਕਿ ਕਿੰਨਾ ਭਰਪੂਰ ਤਰੀਕੇ ਨਾਲ ਲੱਗ ਰਿਹਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਮੌਜੂਦ ਤੇ ਹੈਗੇ ਹਾਂ ਪਰ ਸੂਰਜ ਦੀਆਂ ਕਿਰਨਾਂ ਸਾਡੇ ਤੱਕ ਨਹੀਂ ਪਹੁੰਚਣਗੀਆਂ ਜਦੋਂ ਤੱਕ ਅਸੀਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਨਹੀਂ ਜਾਵਾਂਗੇ, ਕਿਉਂਕਿ ਇਹ ਰੁੱਖ ਛਾਂ ਦਿੰਦੇ ਨੇ, ਸਾਨੂੰ ਚੰਗੀ ਆਕਸੀਜਨ ਦਿੰਦੇ ਨੇ। ਖੁਸ਼ੀ ਹੁੰਦੀ ਹੈ ਪਰ ਅਫਸੋਸ ਵੀ ਹੁਣ ਹੋ ਰਿਹਾ। ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਨਿਸ਼ਾਨ ਲਗਾ ਦਿੱਤੇ ਗਏ ਨੇ ਕਿ ਜਿਹੜੇ ਨਿਸ਼ਾਨ ਲਗਾਏ ਗਏ ਨੇ ਉਹਨਾਂ ਦੇ ਉੱਤੇ ਬਕਾਇਦਾ ਨੰਬਰ ਵੀ ਪਾ ਦਿੱਤੇ ਗਏ ਨੇ। ਨਹਿਰ ਦੇ ਕੰਢੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਠੰਡੀਆਂ ਹਵਾਵਾਂ ਲੈਣ ਵਾਸਤੇ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਨੇ। ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਆਕਸੀਜਨ ਦੀ ਕਿੱਲਤ ਆ ਰਹੀ ਹੈ, ਕਰੋਨਾ ਮਹਾਮਾਰੀ ਵੱਧਦੀ ਜਾ ਰਹੀ ਹੈ। ਸਰਕਾਰ ਕਹਿੰਦੀ ਹੈ ਕਿ ਮੈਂ ਹਰ ਸੁਵਿਧਾ ਜਿਹੜੇ ਆ ਪੰਜਾਬ ਦੇ ਲੋਕ ਨੇ ਉਹਨਾਂ ਵਾਸਤੇ ਕਰ ਰਹੀ ਹੈ। ਪੰਜਾਬ ਦੇ ਲੋਕ ਜਾਂ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਵਾਅਦੇ ਤੇ ਕੀਤੇ ਜਾਂਦੇ ਨੇ ਵੀ ਅਸੀਂ ਹਰ ਚੀਜ਼ ਦੇਵਾਂਗੇ ਆਪਣੀ ਪਬਲਿਕ ਨੂੰ, ਜਿਹੜੀ ਪਬਲਿਕ ਨੇ ਸਾਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ। ਪਰ ਜਦੋਂ ਇਸ ਤਰ੍ਹਾਂ ਦੀਆਂ ਕੁਝ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ ਤਾਂ ਅਫਸੋਸ ਹੁੰਦਾ ਕਿ ਅਸੀਂ ਕਿਸ ਤਰੀਕੇ ਨਾਲ ਆਪਣਾ ਜੀਵਨ ਬਿਤਾਵਾਂਗੇ। 100 ਸਾਲ ਤੋਂ ਪੁਰਾਣੇ ਇਹ ਵ੍ਰਿਕਸ਼ ਨੇ, ਜਿਹੜੇ ਵ੍ਰਿਕਸ਼ ਇਸ ਵੇਲੇ ਇੱਥੇ ਲੱਗੇ ਹੋਏ ਨੇ, ਤਾਂ ਇਹਨਾਂ ਵ੍ਰਿਕਸ਼ਾਂ ਨੂੰ ਕੱਟਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕਾਫੀ ਵ੍ਰਿਕਸ਼ ਕੱਟ ਵੀ ਦਿੱਤੇ ਗਏ ਨੇ। ਜੇ ਕੱਲ ਅਸੀਂ ਪੰਜਾਬ ਸਰਕਾਰ ਦੀ ਕਰੀਏ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾ ਦੇਵਾਂਗਾ, ਪੰਜਾਬ ਨੂੰ ਇੰਨਾ ਹਰਿਆ ਭਰਿਆ ਕਰ ਦਿੱਤਾ ਜਾਏਗਾ ਕਿ ਤੁਸੀਂ ਖੁਦ ਕਹੋਗੇ ਕਿ ਵਾਕਿਆ ਹੀ ਪੰਜਾਬ ਹਰਿਆ ਭਰਿਆ। ਪਰ ਪੰਜਾਬ ਕਿੰਨਾ ਕੁ ਹਰਿਆ ਭਰਿਆ ਹੈ ਉਹ ਤੁਹਾਨੂੰ ਅਸੀਂ ਅਸਲ ਤਸਵੀਰ ਅੱਗੇ ਜਾ ਕੇ ਦਿਖਾਉਂਦੇ ਹਾਂ। ਦੇਖੋ ਕਿੰਨੇ ਸ਼ਾਂਤਮਈ ਮਾਹੌਲ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ। ਤਾਂ ਪਹੁੰਚਣ ਤੋਂ ਬਾਅਦ ਇੱਥੇ ਇੱਕ ਠੰਡੀ ਹਵਾ, ਚੰਗੀ ਆਕਸੀਜਨ ਲੈਂਦੇ ਨੇ। ਪਰ ਨੰਬਰ ਤਾਂ ਦਿਖਾ ਦਿੰਦੇ ਆ, ਨੰਬਰ ਜਿਹੜੇ ਪਏ ਹੋਏ ਨੇ ਦੇਖੋ ਨੰਬਰ, ਇਹ ਨੰਬਰ ਇਹਨਾਂ ਵ੍ਰਿਕਸ਼ਾਂ ਦੇ ਉੱਤੇ ਪਾ ਦਿੱਤੇ ਆ। 7 ਨੰਬਰ ਲਿਖਿਆ ਹੋਇਆ, ਇਹਨੂੰ ਕੱਟਣ ਦੀ ਤਿਆਰੀ ਆ। ਇਹ 6 ਨੰਬਰ ਲਿਖਿਆ ਹੈ, 5 ਨੰਬਰ ਲਿਖਿਆ, ਇਹਨਾਂ ਨੂੰ ਕੱਟਣ ਦੀਆਂ ਤਿਆਰੀਆਂ ਨੇ। ਤਾਂ ਪਹਿਲਾਂ ਹੀ ਆਕਸੀਜਨ ਦੀ ਕਿੱਲਤ ਹੈ ਕਰੋਨਾ ਦੇ ਨਾਲ। ਸਰਕਾਰ ਕਹਿੰਦੀ ਹੈ ਕਿ ਅਸੀਂ ਹਰ ਚੀਜ਼ ਦੇਵਾਂਗੇ। ਪਹਿਲਾਂ ਕਰੋਨਾ ਦੇ ਨਾਲ ਲੜਨ ਵਾਸਤੇ ਦਵਾਈ ਹੀ ਨਹੀਂ ਲੱਭਦੀ। ਦੇਖੋ 8 ਨੰਬਰ ਪਿਆ, 9 ਨੰਬਰ ਪਿਆ, ਯਾਨੀ ਕਿ ਸਾਰੇ ਨੰਬਰ ਲੱਗੇ ਪਏ ਨੇ। ਤਾਂ ਇਹ ਦਰਖਤ ਜਿਹੜੇ ਆ, ਵ੍ਰਿਕਸ਼ ਜਿਹੜੇ ਆ, ਕੱਟਣ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ। ਦੂਸਰੇ ਪਾਸੇ ਅਸੀਂ ਜਾਵਾਂਗੇ, ਉੱਧਰ ਵੀ ਜਾ ਕੇ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਧਰ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ ਨਹਿਰ ਦੀ ਪਰਲੀ ਸਾਈਡ ਦੇ ਉੱਤੇ। ਤਾਂ ਕਿੱਧਰ ਗਏ ਦਾਅਵੇ, ਕਿੱਧਰ ਗਏ ਨੇ ਪੰਜਾਬ ਸਰਕਾਰ ਦੇ? ਪੰਜਾਬ ਸਰਕਾਰ ਵੱਲੋਂ ਕਹਿ ਤੇ ਦਿੱਤਾ ਗਿਆ ਕਿ ਅਸੀਂ ਹਰ ਕੁਝ ਕਰ ਰਹੇ ਹਾਂ ਪੰਜਾਬ ਦੇ ਆਪਣੇ ਜਿਹੜੇ ਵਾਸੀ ਨੇ ਉਹਨਾਂ ਨੂੰ ਤੰਦਰੁਸਤੀ ਦੇਣ ਵਾਸਤੇ। ਇੱਕ ਆਕਸੀਜਨ ਹੀ ਨਹੀਂ ਦਿੱਤੀ ਜਾ ਰਹੀ ਤੇ ਜਿਹੜੀ ਆਕਸੀਜਨ ਸਾਡੇ ਕੋਲ ਹੈਗੀ ਆ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਰੁੱਖ ਆ 120 ਕਿਲੋ ਆਕਸੀਜਨ ਸਾਨੂੰ ਰੋਜ਼ ਦੀ ਦਿੰਦਾ। ਤਾਂ ਜਿੰਨਾ ਵੀ ਮਿੱਟੀ ਘੱਟਾ 120 ਕਿਲੋ ਇਹ ਆਪਣੇ ਵਿੱਚ ਸਮਾ ਲੈਂਦਾ। ਤਾਂ ਇੰਨਾ ਫਾਇਦਾ ਹੁੰਦਾ। ਪਰ ਇੱਕ ਸੁੰਦਰ ਤੇ ਇੱਕ ਸੋਹਣੀ ਦਿੱਖ ਦੇਣ ਦੇ ਚੱਕਰ ਦੇ ਵਿੱਚ ਵੀ ਅਸੀਂ ਤੁਹਾਨੂੰ ਸੋਹਣੀ ਦਿੱਖ ਦੇ ਰਹੇ ਹਾਂ, ਉਸ ਚੱਕਰ ਦੇ ਵਿੱਚ ਸਰਕਾਰ ਸਾਡਾ ਨੁਕਸਾਨ ਕਿੰਨਾ ਕਰ ਰਹੀ ਹੈ। 5 ਸਾਲ ਵਾਸਤੇ ਸਰਕਾਰ ਆਉਂਦੀ ਹੈ, ਚਾਹੇ ਰਿਪੀਟ ਵੀ ਹੋ ਸਕਦੀ ਹੈ, ਪਰ 5 ਸਾਲ ਦਾ ਟਾਈਮ ਹੁੰਦਾ। ਤੇ ਕੀ ਹੱਕ ਹੈ ਸਰਕਾਰਾਂ ਨੂੰ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਇਹ ਵ੍ਰਿਕਸ਼ ਲਗਾਏ ਨੇ 100 ਸਾਲ 200 ਸਾਲ ਪੁਰਾਣੇ, ਜਾਂ ਫਿਰ ਕਿਸੇ ਨੇ ਵੀ ਲਗਾਏ ਆ, ਉਹਨਾਂ ਨੂੰ ਕੱਟਣ ਦਾ ਹੱਕ ਕਿਹਨੇ ਦਿੱਤਾ? ਸਾਡੀ ਜਾਨਾਂ ਦੇ ਨਾਲ ਖੇਡਣ ਦਾ ਹੱਕ ਕਿਹਨੇ ਦਿੱਤਾ? ਇਹ ਦੇਖ ਸਕਦੇ ਜੇ ਕਿ ਹਰ ਇੱਕ ਦੇ ਉੱਤੇ ਨੰਬਰ ਲੱਗੇ ਆ। ਦੂਸਰੇ ਪਾਸੇ ਅਸੀਂ ਚੱਲਦੇ ਹਾਂ, ਇਸ ਤਰ੍ਹਾਂ ਹੀ ਕੈਮਰਾਮੈਨ ਔਨ ਹੀ ਰੱਖੇਗਾ ਕੈਮਰਾ ਤੇ ਅਸੀਂ ਇਸ ਤਰੀਕੇ ਦੇ ਨਾਲ ਹੀ ਅੰਦਰ ਜਾਵਾਂਗੇ। ਕੁਝ ਲੋਕ ਹੀ ਮੌਜੂਦ ਆ। ਸਰ, ਕਿਸ ਤਰ੍ਹਾਂ ਲੱਗਦਾ ਹੈ? ਵ੍ਰਿਕਸ਼ ਕੱਟਣੇ ਸ਼ੁਰੂ ਕਰ ਦਿੱਤੇ ਗਏ ਨੇ, ਸਰਕਾਰ ਕਹਿ ਰਹੀ ਹੈ ਕਿ ਚੰਗੀ ਆਕਸੀਜਨ ਦੇਵਾਂਗੇ, ਕੋਈ ਘਾਟ ਨਹੀਂ ਹੋਏਗੀ, ਪਰ ਘਾਟ ਆਪ ਹੀ ਪਾਈ ਜਾ ਰਹੀ ਸਰਕਾਰ। देखो बड़ी अपना नाम दसो, तुसी कौन? पवन शर्मा मैं गल कर रहा जी। सब तो इंपॉर्टेंट गल जिहड़ी हैगी आ, जे ये रुख वड्डे जा रहे हैं, बड़े शर्म वाली गल हैगी आ पूरे पंजाब वास्ते, पंजाब सरकार वास्ते, सेंट्रल गवर्नमेंट वास्ते और इंडियन फॉरेस्ट डिपार्टमेंट वास्ते, जिन्हां ने ये तरजीह दी रुख नूं वड्डना। लोकां दी ऑक्सीजन सप्लाई जिहड़ी ऑलरेडी देश दे विच बहुत घट सीगी और बड़ियां वड्डियां मुश्किलां लोकां नूं पेश आईयां। पर जिहड़े रुख जिहड़ा विरासती शहर है अमृतसर गुरु की नगरी हैगी, ये रुख भी विरासती ने। साडे बजुर्गों वालों रुख लाए गए सी। रुख
ਰੁੱਖਾਂ ਦਾ ਕੰਮ ਆਕਸੀਜਨ ਦੇਣਾ, ਧਰਤੀ ਨੂੰ ਬਚਾਉਣਾ ਔਰ ਈਕੋਸਿਸਟਮ ਨੂੰ ਬੈਲੈਂਸ ਰੱਖਣਾ ਔਰ ਅੱਛੇ ਤਰ੍ਹਾਂ ਦੇ ਸਿਸਟਮ ਨੂੰ ਜਿਹੜਾ ਉਹ ਮੇਨਟੇਨ ਕਰਨਾ ਹੁੰਦਾ। ਪਰ ਜੇ ਸਰਕਾਰਾਂ ਇਹਨਾਂ ਪੁਰਾਣਿਆਂ ਰੁੱਖਾਂ ਨੂੰ ਵੱਢਣ ਤੇ ਆ ਗਈ, ਕਿੰਨੀ ਸ਼ਰਮ ਵਾਲੀ ਗੱਲ ਹੈਗੀ ਆ। ਵੈਸਟ ਬੰਗਾਲ ਦੇ ਵਿੱਚ ਵੀ ਇੱਦਾਂ ਦੇ ਬਹੁਤ ਸਾਰੇ ਕੇਸਿਸ ਆਏ ਜਿਹਦੇ ਵਿੱਚ ਲੋਕਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨਸ ਦੇ ਵਿੱਚ ਗਏ ਔਰ ਜਿਹੜੇ 100 ਸਾਲ ਪੁਰਾਣੇ ਰੁੱਖ ਹੈਗੇ ਆ ਇਹਨਾਂ ਦੀ ਕੀਮਤ ਜਿਹੜੀ ਆ ਸੁਪਰੀਮ ਕੋਰਟ ਨੇ ਵੈਲਿਊ ਕੀਤੀ ਸੀ, ਪ੍ਰਾਈਸ ਟੈਗ ਕੀਤਾ ਸੀ ਕਿ ਮਿਨੀਮਮ ਜਿਹੜੀ ਆ 1 ਕਰੋੜ ਰੁਪਇਆ ਹੋਏਗੀ। ਪਰ ਮੈਨੂੰ ਅੰਦੇਸ਼ਾ ਇਹ ਲੱਗ ਰਿਹਾ ਕਿ ਇਹ ਜਿਹੜੇ ਸਰਕਾਰੀ ਅਫਸਰਾਨ, ਸਰਕਾਰੀ ਲੀਡਰ ਔਰ ਪੰਜਾਬ ਸਰਕਾਰ ਔਰ ਜਿਹੜੇ ਵੀ ਜੰਗਲਾਤ ਮਹਿਕਮੇ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ, ਇਹ ਇੱਦਾਂ ਦੇ ਰੁੱਖਾਂ ਦੇ ਵਿੱਚ ਕਟਾਈ ਕਰਕੇ ਬੜੀ ਭਾਰੀ ਤੌਰ ਤੇ ਕਰਪਸ਼ਨ ਕਰਦੇ ਆ। ਔਰ ਰਮਨ ਜੀ, ਜਦੋਂ ਕੋਈ ਇੰਨੀ ਜਾਣਕਾਰੀ ਰੱਖਦਾ ਵਾ ਤੇ ਇਹਦਾ ਮਤਲਬ ਕਿ ਬਹੁਤ ਪਿਆਰ ਆ ਤੁਹਾਨੂੰ ਦਰਖਤਾਂ ਦੇ ਨਾਲ। ਦੂਸਰੇ ਪਾਸੇ ਅਸੀਂ ਚੱਲਦੇ ਹਾਂ, ਜੇ ਤੁਹਾਡੇ ਕੋਲ ਟਾਈਮ ਹੋਏ ਤਾਂ ਅਸੀਂ ਗੱਲ ਕਰਦੇ ਚੱਲਦੇ ਹਾਂ, ਤਾਂ ਦੂਸਰੇ ਪਾਸੇ ਨਾਲੇ ਦੇਖਦੇ ਹਾਂ ਕਿਹਾ ਜਾ ਰਿਹਾ ਕਿ ਉਧਰਲੀ ਸਾਈਡ ਦੇ ਉੱਤੇ ਕੱਟ ਦਿੱਤੇ ਗਏ। ਅਸੀਂ ਇੱਕ ਵਾਰੀ ਝਾਕ ਵੀ ਮਾਰ ਕੇ ਆਏ ਹਾਂ ਉਧਰ, ਤਾਂ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖਣ ਕਿ ਵਾਕਿਆ ਹੀ ਕਿੰਨਾ ਕੁ ਨੁਕਸਾਨ ਜਿਹੜਾ ਹੁੰਦਾ ਜਾ ਰਿਹਾ। ਕੀ ਕਹਿਣਾ ਚਾਹੁੰਦੇ? ਬਿਲਕੁਲ ਠੀਕ ਗੱਲ ਹੈਗੀ ਆ। ਮੈਂ ਤੇ ਆਲਰੇਡੀ ਕਹਿ ਰਿਹਾ ਕਿ ਪ੍ਰਸ਼ਾਸਨ ਨੂੰ, ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਤੋਂ ਸ਼ਰਮਿੰਦਾ ਹੋਣਾ ਚਾਹੀਦਾ, ਸ਼ਰਮ ਆਉਣੀ ਚਾਹੀਦੀ ਆ ਜੇ ਅਜਿਹੇ ਕਰ ਰਹੇ ਨੇ। ਔਰ ਮੈਂ ਵੀ ਪਰਸਨਲੀ ਵੀ ਇਹ ਮੈਂ PIL ਜਿਹੜੀ ਆ ਕੋਰਟ ਦੇ ਵਿੱਚ ਫਾਈਲ ਕਰਾਂਗਾ ਕਿ ਇਹ ਰੁੱਖ ਜਿਹੜੇ ਆ ਜਿੱਥੋਂ ਤੱਕ ਹੋ ਸਕੇ ਅਸੀਂ ਬਚਾ ਸਕੀਏ। ਅਸੀਂ ਹਿਸਟੋਰੀਕਲੀ ਵੀ ਦੇਖਿਆ ਬਹੁਤ ਸਾਰੀਆਂ ਮੂਵਮੈਂਟ ਵੀ ਚੱਲੀਆਂ ਸੀਗੀਆਂ ਰੁੱਖਾਂ ਨੂੰ ਬਚਾਉਣ ਲਈ, ਚਿਪਕੋ ਮੂਵਮੈਂਟ ਵੀ ਚੱਲੀ ਸੀਗੀ। ਲੋਕਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਜਿਹੜੇ ਆਪਣੇ ਹੱਕਾਂ ਦਾ ਇਸਤੇਮਾਲ ਕੀਤਾ, ਆਵਾਜ਼ ਬੁਲੰਦ ਕੀਤੀ ਔਰ ਰੁੱਖ ਜਿਹੜੇ ਆ ਉਹ ਕੱਟਣੋਂ ਰੋਕੇ ਗਏ। ਪਰ ਮੇਰੇ ਵੱਲੋਂ ਮੈਂ ਇਹਨਾਂ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ। ਜਿੱਥੇ ਇਹ ਕੰਕਰੀਟ ਜੰਗਲ ਬਣਾ ਕੇ ਰੱਖਣਾ ਚਾਹੁੰਦੇ ਆ ਸ਼ਹਿਰ ਨੂੰ, ਅਸੀਂ ਦੇਖ ਸਕਦੇ ਹਾਂ ਸਾਹਮਣੇ ਖਜੂਰ ਪਾਮ ਲੱਗੇ ਨੇ। ਇਹ ਡੈਕੋਰੇਟਿਵ ਪਲਾਂਟਸ ਹੈਗੇ ਆ, 15-15, 20-20 ਹਜ਼ਾਰ ਰੁਪਏ ਸਰਕਾਰੀ ਖਰਚੇ ਦੇ ਵਿੱਚ ਇਹ ਪਲਾਂਟਸ ਲਾਏ ਗਏ। ਪਰ ਜਿਹੜੇ ਹੈਰੀਟੇਜ ਵਿਰਾਸਤੀ ਸਾਡੇ ਰੁੱਖ ਹੈਗੇ ਨੇ ਉਹਨਾਂ ਨੂੰ ਕੱਟਣ ਦੇ ਵਿੱਚ ਉਹਨਾਂ ਦਾ ਇੱਕ ਕਰਪਸ਼ਨ ਦੇ ਤੌਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਗਲਤ ਇਸਤੇਮਾਲ। ਪਹਿਲਾ ਦਰਖਤ ਦੇਖੋ, ਆ ਪਹਿਲਾ ਦਰਖਤ ਹੈ ਜਿਹੜਾ ਪਹਿਲਾ ਵ੍ਰਿਕਸ਼ ਆ। ਤਸਵੀਰ ਹੈ ਜੀ ਸੜਕ ਦੇ ਬਿਲਕੁਲ ਕੰਢੇ ਦੇ ਉੱਤੇ ਆ ਤਸਵੀਰ ਜਿਹੜੀ ਆ ਕੱਟ ਦਿੱਤੀ ਗਈ ਆ, ਕੱਟਿਆ ਦਰਖਤ ਨਜ਼ਰ ਆ ਰਿਹਾ। ਹੋਰ ਵੀ ਅੱਗੇ ਤੇ ਚੱਲਾਂਗੇ। ਇੱਕ ਸੋਹਣੀ ਦਿੱਖ ਦੇਣ ਦੇ ਚੱਕਰ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਸੋਹਣੀ ਦਿੱਖ ਦੇਵਾਂਗੇ ਤਾਂ ਕੀ ਵਾਕਿਆ ਹੀ ਹਰਿਆਲੀ ਖਤਮ ਕਰਨ ਤੋਂ ਬਾਅਦ ਸੋਹਣੀ ਦਿੱਖ ਦਿੱਤੀ ਜਾ ਸਕਦੀ ਹੈ, ਸੋਹਣੀ ਸਾਹ ਲੈ ਸਕਦੀ, ਅਸੀਂ ਚੰਗਾ ਸਾਹ ਲੈ ਸਕਦੇ ਹਾਂ ਜਿਹੜੀ ਇਸ ਹਰਿਆਲੀ ਨੂੰ ਕੱਟ ਦੇਵਾਂਗੇ। ਕੋਵਿਡ ਦੇ ਦੌਰਾਨ ਕੀ ਸੋਹਣੀ ਦਿੱਖ ਇਹਨਾਂ ਨੇ ਲੋਕਾਂ ਨੂੰ ਦਿੱਤੀ, ਕੀ ਸ਼ਹਿਰ ਵਾਸੀਆਂ ਨੂੰ ਦਿੱਤੀ, ਪੂਰੇ ਪੰਜਾਬ ਨੂੰ ਦਿੱਤੀ। ਇਹ ਚੀਜ਼ਾਂ ਸਾਡੇ ਸਾਹਮਣੇ ਹੈਗੀਆਂ। ਜੰਗਲਾਤ ਵਿਭਾਗ ਜਿਹੜਾ ਹੈ ਬਹੁਤ ਵਨ ਆਫ ਦੀ ਕਰਪਟ ਮਹਿਕਮਾ ਜਿਹੜਾ ਉਹ ਮੰਨਿਆ ਜਾਂਦਾ। ਪੰਜਾਬ ਦੇ ਵਿੱਚ ਹੋਰ ਵੀ ਥਾਵਾਂ ਦੇ ਵਿੱਚ ਰੁੱਖ ਅਜਿਹੇ ਵੱਢੇ ਗਏ ਔਰ ਬੜੇ ਸਸਤੇ ਕੀਮਤਾਂ ਦੇ ਉੱਤੇ ਜਿਹੜੇ ਆ ਉਹ ਫੇਵਰ ਕਰਦੇ ਹੋਏ ਲੋਕਾਂ ਨੂੰ, ਜਾਂ ਹੋਰ ਵੀ ਕਈ ਤਰੀਕਾਕਾਰ ਇਸਤੇਮਾਲ ਦੇ ਵਿੱਚ ਲਿਆਉਂਦੇ ਹੋਏ ਹੋਰ ਲੋਕਾਂ ਨੂੰ ਵੰਡ ਦਿੱਤੇ ਗਏ ਬੜੇ ਸਸਤੇ ਭਾਅ ਦੇ ਵਿੱਚ। ਇਹੋ ਹੀ ਜਿਹੜਾ ਤਰੀਕਾਕਾਰ ਹੈ ਇੱਥੇ ਮੇਰੇ ਖਿਆਲ ਅਪਣਾਉਣਾ ਚਾਹੁੰਦੇ ਨੇ, ਜੋ ਕਿ ਬਹੁਤ ਗਲਤ ਹੈਗਾ। ਪਰ ਮੈਂ ਇੱਕ ਜ਼ਰੂਰ ਫੋਰੈਸਟ ਡਿਪਾਰਟਮੈਂਟ ਦੇ ਅਫਸਰਾਂ ਨੂੰ ਔਰ ਮੰਤਰੀ ਸਾਹਿਬਾਨ ਨੂੰ ਵੀ, ਸਾਰਿਆਂ ਨੂੰ ਵੀ, ਗਵਰਨਮੈਂਟ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਜੇ ਇਹ ਰੁੱਖ ਕੱਟਣੇ ਆ, ਆਪਣੀਆਂ ਲੱਤਾਂ ਦੇ ਵਿੱਚ ਜਾਨ ਲੈ ਕੇ ਆਉਣ। ਜੇ ਇਹਨਾਂ ਦੀਆਂ ਲੱਤਾਂ ਭਾਰ ਝੱਲਦੀਆਂ ਤੇ ਫੇਰ ਹੀ ਇਹ ਰੁੱਖ ਕੱਟਣ, ਨਹੀਂ ਤਾਂ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਵੀ ਕਰਾਈ ਜਾਵੇਗੀ। ਪੰਜਾਬ ਦੇ ਵਿੱਚ ਜਿਹੜੇ ਅਫਸਰ ਜਿਹੜੇ ਆ ਇਸ ਇਲਾਕਿਆਂ ਦੇ ਵਿੱਚ ਜਿਹੜੀ ਆਪਣੇ ਕੰਮਾਂ ਦੇ ਵਿੱਚ ਇਹਨਾਂ ਨੇ ਕਾਰਜਕਾਰੀ ਦਿਖਾਈ ਆ, ਕੀ ਤਰੀਕਾਕਾਰ ਦਿਖਾਇਆ, ਕੀ ਕਾਰਕਰਦਗੀ ਹੈਗੀ, ਉਹ ਸਾਰੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਜਾਏਗੀ। ਵੱਡੇ ਰਿਸੋਰਟਸ ਬਣੇ, ਉਹਨਾਂ ਦੇ ਬਾਹਰ ਵੀ ਜਿਹੜੇ ਇਸੇ ਤਰੀਕੇ ਨਾਲ ਇਹਨਾਂ ਨੇ ਰੁੱਖ ਕਟਵਾਏ। ਬਿਲਕੁਲ ਰੁੱਖ ਕਟਵਾਏ ਆ। ਤਾਂ ਦੇਖੋ ਰੁੱਖ ਕਿੱਡਾ ਵੱਡਾ, ਕਿੱਡਾ ਚੌੜਾਈ ਦੇ ਵਿੱਚ ਰੁੱਖ, ਇਹਦੀਆਂ ਇੰਨੀਆਂ ਜੜ੍ਹਾਂ ਥੱਲੇ ਹੋਣਗੀਆਂ। ਇਹਦੇ ਨਾਲ ਇੱਕ ਹੋਰ ਘਾਟ ਹੋ ਸਕਦੀ ਹੈ, ਜਿਹੜਾ ਨਹਿਰ ਦਾ ਪਾਣੀ ਆਉਂਦਾ, ਇਹ ਜਿਹੜੇ ਰੁੱਖ ਦੀਆਂ ਜੜ੍ਹਾਂ ਹੁੰਦੀਆਂ ਨੇ ਮਿੱਟੀ ਨੂੰ ਪੂਰੀ ਸਪੋਰਟ ਬਣਾ ਕੇ ਰੱਖਦੀਆਂ ਨੇ। ਕਦੀ ਵੀ ਇਹ ਜਿਹੜੀ ਨਹਿਰ ਚੱਲਦੀ ਹੈ ਉਹ ਮਿੱਟੀ ਹੌਲੀ ਖੋਰ ਦਿੰਦੀ ਹੈ ਜੇ ਕੰਢੇ ਦੇ ਉੱਤੇ ਦਰਖਤ ਵੀ ਨਾ ਲੱਗੇ ਹੋਣ। ਇਹਦੇ ਨਾਲ ਬੜੇ ਫਾਇਦੇ ਨੇ ਜਿਹੜੇ ਦਰਖਤ ਨਜ਼ਰ ਆਉਂਦੇ ਆ। ਲੰਬਾ ਚਲੇ ਜਾਏਗਾ, ਕੈਮਰਾਮੈਨ ਤੁਹਾਨੂੰ ਲੰਬਾ ਦਿਖਾਏਗਾ। ਚਾਰੋਂ ਪਾਸੇ ਜਿਹੜਾ ਵਾ ਇਸ ਤਰ੍ਹਾਂ ਹੀ ਦਰਖਤ ਜਿਹੜੇ ਉਹ ਕੱਟਣੇ ਸ਼ੁਰੂ ਕਰ ਦਿੱਤੇ ਕਿ ਨੰਬਰ ਪਹਿਲਾਂ ਹੀ ਪਾ ਦਿੱਤੇ ਗਏ ਸੀ। ਪਰ ਇਹਦਾ ਹੱਲ ਪਹਿਲਾਂ ਕਿਉਂ ਨਹੀਂ ਸਮਝ ਲੱਗ ਰਿਹਾ? ਕੀ ਲੱਗਦਾ ਨਹੀਂ ਇਹਨਾਂ ਨੂੰ ਜੰਗਲਾਤ ਵਿਭਾਗ ਜਾਂ ਫਿਰ ਸਰਕਾਰਾਂ ਨੂੰ ਪਤਾ ਕਿ ਆਕਸੀਜਨ ਖਤਮ ਹੁੰਦੀ ਪਈ ਆ, ਮੁਸ਼ਕਲ ਦਾ ਜਿਹੜਾ ਸਾਡੇ ਵਾਸਤੇ ਮੰਜ਼ਰ ਜਿਹੜਾ ਵਾ ਲਗਾਤਾਰ ਖੜਾ ਹੋ ਰਿਹਾ, ਤਾਂ ਦਰਖਤ ਕੱਟੀ ਜਾ ਰਹੀ ਹੈ ਜੇਬਾਂ ਭਰਨ ਦੇ ਚੱਕਰ ਦੇ ਵਿੱਚ। ਦੇਖੋ ਇਹਨਾਂ ਦੀ ਜਿਹੜੀ ਨਲਾਇਕੀ ਆ, ਨਾ ਅਹਿਲੀ ਔਰ ਗੰਦੀ ਕਾਰਕਰਦਗੀ ਆ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਹੈਗੀ ਆ। ਸੁਪਰੀਮ ਕੋਰਟ ਦੀ ਰੂਲਿੰਗਸ ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਜਿਹੜੇ ਆਲਟਰਨੇਟਿਵ ਮੈਥਡਸ ਹੁੰਦੇ ਆ ਰੁੱਖਾਂ ਨੂੰ ਜੇ ਕਿਸੇ ਹੋਰ ਜਗ੍ਹਾ ਤੋਂ ਪੁੱਟ ਕੇ ਕਿਤੇ ਹੋਰ ਲਗਾਉਣ ਦੇ, ਉਹ ਅਪਲਾਈ ਕਰ ਲੈਣੇ ਚਾਹੀਦੇ ਆ। ਔਰ ਕੋਈ ਜੇ ਪਬਲਿਕ ਸੇਫਟੀ ਲਈ, ਪਬਲਿਕ ਜਿਹੜੇ ਉਹਨਾਂ ਨੂੰ ਸੁਵਿਧਾ ਦੇਣ ਲਈ, ਚਾਹੇ ਕੋਈ ਫਲਾਈਓਵਰ ਹੋਵੇ, ਚਾਹੇ ਕੋਈ ਰੇਲਵੇ ਟਰੈਕ ਹੋਵੇ, ਜਾਂ ਉੱਦਾਂ ਦੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣ, ਓਵਰ ਬ੍ਰਿਜ ਹੋਣ, ਤੇ ਫਿਰ ਸਮਝ ਆਉਂਦਾ ਉਸ ਦੀ ਵੀ ਕੀਮਤ ਜਿਹੜੀ 100 ਸਾਲ ਪੁਰਾਣੇ ਰੁੱਖ ਦੀ ਸੁਪਰੀਮ ਕੋਰਟ ਵੱਲੋਂ ਵੈਸਟ ਬੰਗਾਲ ਦੇ ਕੇਸ ਦੇ ਵਿੱਚ 1 ਕਰੋੜ ਰੁਪਇਆ ਲਾਈ ਗਈ। ਔਰ ਉਹ ਵੀ ਜੇ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ। ਇੱਥੇ ਕੋਈ ਇੱਦਾਂ ਦੀ ਵੱਡੀ ਐਮਰਜੈਂਸੀ ਜਿਹੜੀ ਉਹ ਦਰਪੇਸ਼ ਨਹੀਂ ਆ ਰਹੀ। ਬੜਾ ਅੱਛਾ ਇਕੋ ਸਿਸਟਮ ਮੇਨਟੇਨ ਹੈਗਾ। ਪੰਛੀ ਪਰਿੰਦੇ ਵੀ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਹੈਗੇ ਨੇ। ਲੋਕ ਨਹਿਰ ਦਾ ਆਨੰਦ ਵੀ ਮਾਣਦੇ ਨੇ, ਗਰਮੀਆਂ ਦੇ ਵਿੱਚ ਠੰਡੀ ਹਵਾ ਦੇ ਬੁੱਲੇ ਵੀ ਲੈਂਦੇ ਨੇ, ਆਕਸੀਜਨ ਅੱਛੀ ਮਿਲਦੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਆਉਂਦੇ ਆ। ਪਰ ਜੇ ਇਹਨਾਂ ਨੇ ਕੋਈ ਫੈਂਸੀ ਪਾਰਕ ਬਣਾਉਣ ਦੇ ਨਾਂ ਦੇ ਉੱਤੇ, ਕੁਝ ਇੱਦਾਂ ਦੀਆਂ ਚੀਜ਼ਾਂ ਕਰਨ ਦੇ ਉੱਤੇ 100 ਸਾਲ ਪੁਰਾਣੀਆਂ ਧਰੋਹਰਾਂ ਨੂੰ
ਔਰ ਜਿਹੜੇ ਇਦਾਂ ਦੀਆਂ ਹੈਰੀਟੇਜ ਸਿਟੀ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗਾਂ ਦੇ ਵੱਲੋਂ ਲਾਏ ਗਏ ਰੁੱਖ ਆ, ਜੇ ਉਹਨਾਂ ਨੂੰ ਕੱਟਣਾ ਤੇ ਇਹਨਾਂ ਚੀਜ਼ਾਂ ਦੀ ਬੇਅਦਬੀ ਕਰਨੀ ਆ ਤੇ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਔਰ ਵੱਡੀ ਤਾਦਾਦ ਦੇ ਵਿੱਚ ਮੈਂ ਅੱਗੇ ਫੇਰ ਅਰਜ਼ ਕਰਦੇ ਹਾਂ ਕਿ ਜਿਨ੍ਹਾਂ ਨੇ ਰੁੱਖ ਕੱਟਣ ਆਉਣੇ ਆ, ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਾਂਗਾ, ਮੈਂ ਨਿੱਜੀ ਤੌਰ ਤੇ ਕਰਾਂਗਾ, ਔਰ ਆਪਣੀਆਂ ਲੱਤਾਂ ਦੇ ਵਿੱਚ ਜਾਨ ਲੈ ਕੇ ਆਉਣ। ਜੇ ਉਹਨਾਂ ਦੀਆਂ ਲੱਤਾਂ ਭਾਰ ਚੱਲ ਸਕਦੀਆਂ ਨੇ ਤੇ ਉਹ ਤਿਆਰ ਰਹਿਣ ਆਪਣੀਆਂ ਇਨਕੁਆਇਰੀਆਂ ਲਈ ਵੀ, ਔਰ ਜਿਹੜੇ ਰੁੱਖ ਪੂਰੇ ਰਿਸੋਰਟਸ ਦੇ ਅੱਗੇ, ਲੋਕਾਂ ਦੇ ਪੈਲੇਸਿਸ ਅੱਗੇ ਜਾਂ ਹੋਰ ਚੀਜ਼ਾਂ ਦੇ ਅੱਗੇ ਮੀਂਹ ਨਾ, ਹਵਾ ਨਾ, ਹਨੇਰੀ ਨਾ ਡਿੱਗਣ ਦੇ ਬਹਾਨੇ ਜਿਹੜੇ ਰੁੱਖ ਇਹਨਾਂ ਲੋਕਾਂ ਨੇ ਕਟਾਏ ਨੇ, ਤੇ ਫਿਰ ਉਹਨਾਂ ਸਾਰਿਆਂ ਦੀ ਜਾਂਚ ਮੈਂ ਕਰਵਾਵਾਂਗਾ। ਅੱਖਾਂ 'ਚ ਹੰਝੂ ਆਉਂਦੇ ਪਏ ਨੇ, ਆ ਤਸਵੀਰਾਂ ਦੇਖ ਕੇ ਹੰਝੂ ਆਉਂਦੇ ਪਏ ਨੇ। ਇੱਕ ਪਾਸੇ ਕਿਹਾ ਜਾਂਦਾ ਸਰਕਾਰ ਵੱਲੋਂ ਕਿ ਚੰਗਾ ਵਾਤਾਵਰਨ ਦੇਵਾਂਗੇ, ਸਰਕਾਰ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਹਰਿਆ ਭਰਿਆ ਕਰਾਂਗੇ, ਤਾਂ ਹਰਿਆ ਭਰਿਆ ਦੇਖੋ ਤੁਸੀਂ ਆ ਜਿਨ੍ਹਾਂ ਨੇ ਹਰਿਆਲੀ ਫੈਲਾਣੀ ਹੈ ਉਹਨਾਂ ਨੂੰ ਕੱਟ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ ਹੈ। ਇਹ ਹਰਿਆਲੀ ਕੀ ਆਪਾਂ ਦੇਣਗੇ ਲੋਕਾਂ ਨੂੰ, ਕੀ ਹਰਿਆਲੀ ਦੇਣਗੇ ਸਰਕਾਰਾਂ, ਕਿਸ ਤਰੀਕੇ ਦੇ ਨਾਲ? ਜੇ ਆ ਕਹਿੰਦੇ ਪਏ ਕਿ ਅਸੀਂ ਇੱਥੇ ਨਵੇਂ ਪੌਦੇ ਲਗਾਵਾਂਗੇ, ਉਹ ਵ੍ਰਿਕਸ਼ ਬਣਨਗੇ, ਉਹ ਕਦੋਂ ਬਣਨਗੇ? ਕਿੰਨੀ ਆਕਸੀਜਨ ਦੀ ਕਿੱਲਤ ਆ ਰਹੀ ਹੈ ਜਦੋਂ ਛੋਟੇ ਵ੍ਰਿਕਸ਼ ਲਗਾਵਾਂਗੇ, ਉਹਦੀ ਕੋਈ ਸੁਵਿਧਾ ਨਹੀਂ ਹੈ। ਬੜੀ ਜਗ੍ਹਾ ਦੇ ਉੱਤੇ ਅਸੀਂ ਇਸ ਤਰੀਕੇ ਨਾਲ ਜਿਹੜੇ ਬੂਟੇ ਨੇ ਉਹਨਾਂ ਨੂੰ ਦਾਨ ਕਰਦੇ ਨੇ ਲੋਕ ਸੜਕਾਂ ਉੱਤੇ ਲਗਾਉਂਦੇ ਨੇ ਤਾਂ ਜੋ ਅਸੀਂ ਹਰਿਆਲੀ ਵਿੱਚ ਰਹੀਏ, ਪਰ ਜਿਹੜੀ ਪਹਿਲੀ ਹਰਿਆਲੀ ਉਹਨੂੰ ਬਚਾਉਣ ਵਾਸਤੇ ਅਗਾਂਹ ਕੋਈ ਨਹੀਂ ਆ ਰਿਹਾ, ਉਹਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾ ਰਿਹਾ, ਚਾਹੇ ਸਰਕਾਰ ਹੈ ਚਾਹੇ ਕੋਈ ਵੀ ਹੈ। ਤੁਹਾਨੂੰ ਸਾਰਿਆਂ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚ ਹਰ ਕੋਈ ਬੰਦਾ ਆਵਾਜ਼ ਚੁੱਕੇ। ਜ਼ਰੂਰੀ ਨਹੀਂ ਹੈ ਕਿ ਸਰਕਾਰ ਨੇ ਜੋ ਆਦੇਸ਼ ਜਾਰੀ ਕਰ ਦਿੱਤੇ ਅਸੀਂ ਉਸੇ ਤਰੀਕੇ ਨਾਲ ਹੀ ਚੱਲਾਂਗੇ। ਸਾਡਾ ਹੱਕ ਵਾ ਆਪਣੀ ਗੱਲ ਰੱਖਣ ਦਾ, ਲੋਕਤੰਤਰ ਦੇ ਵਿੱਚ ਹੱਕ ਵਾ ਆਪਣੀ ਗੱਲ ਰੱਖਣ ਦਾ, ਤੇ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ। ਪਰ ਸਰਕਾਰ ਕਰਦੀ ਕਿਉਂ ਇਸ ਤਰ੍ਹਾਂ? ਕਾਰਨ ਕੀ ਹੈ? ਕਿਉਂ ਇਸ ਤਰ੍ਹਾਂ ਆਪਣਾ ਰਵੱਈਆ ਜਿਹੜਾ ਅਪਣਾਏ ਦਾ? 5 ਸਾਲ ਵਾਸਤੇ ਸਰਕਾਰ ਆਉਂਦੀ ਆ ਤਾਂ 5 ਸਾਲ ਦੇ ਵਿੱਚ ਹੱਕ ਦਿੱਤਾ ਸਰਕਾਰ ਨੂੰ ਕਿ ਅਸੀਂ ਸਾਡੀ ਜ਼ਿੰਦਗੀ ਨਾਲ ਖੇਡਿਆ ਜਾਵੇ। ਦੇਖੋ, ਜਿੱਥੇ ਤੇ ਸਭ ਤੋਂ ਵੱਡੀ ਜਿਹੜੀ ਕਾਰਗਰਦਗੀ ਹੁੰਦੀ ਸਰਕਾਰਾਂ ਦੀ, ਜਿੱਥੇ ਡਿਵੈਲਪਮੈਂਟ ਵਰਕਸ ਦੇ ਨਾਮ ਦੇ ਉੱਤੇ ਪੈਸਾ ਇਹਨਾਂ ਨੇ ਕਿਸ ਤਰ੍ਹਾਂ ਕਮਾਉਣਾ ਹੁੰਦਾ, ਮਹਿਕਮਿਆਂ ਦੇ ਅੰਦਰ ਕਰਪਸ਼ਨ ਜ਼ੋਰਾ ਕਿੱਦਾਂ ਕਰਨਾ ਹੁੰਦਾ, ਕਿੱਦਾਂ ਜ਼ੋਰ ਅਜ਼ਮਾਇਸ਼ ਜਿਹੜੀ ਹੈ ਲੋਕਾਂ ਦੇ ਨਾਲ ਕਰਨੀ ਹੁੰਦੀ ਆ। ਕਈ ਏਰੀਆਜ਼ ਦੇ ਵਿੱਚ ਸਾਈਕਲਿੰਗ ਟਰੈਕ ਬਣਾ ਦਿੱਤੇ, ਉਹ ਜਿਹੜੇ ਟਰਾਂਸਫਾਰਮਰਸ ਆ ਰੋਜ਼ ਹੀ ਅੱਗੇ ਪਿੱਛੇ ਕੀਤੇ ਜਾਂਦੇ। ਇਸੇ ਜਗ੍ਹਾ ਦੇ ਉੱਤੇ ਵੀ ਹਲਕੇ ਦਾ MLA ਔਰ ਜਿਹੜੇ ਨਾਲ ਦੇ ਲੱਗਦੇ ਹਲਕੇ ਹੋਣਗੇ, ਇਹ ਡਿਵੈਲਪਮੈਂਟ ਕਰਾਉਣਗੇ ਤੇ ਕਮਿਸ਼ਨਾਂ ਖਾਣਗੇ, ਅਫਸਰਾਂ ਕੋਲੋਂ ਪੈਸੇ ਇਹਨਾਂ ਦੇ ਵੀ ਬਣਨਗੇ। ਕਿਸੇ ਨਾ ਕਿਸੇ ਤਰੀਕੇ ਕਰਪਸ਼ਨ ਦਾ ਇੱਕ ਰਸਤਾ ਬਣਾਇਆ ਜਾਏਗਾ। ਤੁਸੀਂ ਦੇਖੋ, ਨਵੇਂ ਪੋਲ ਜਿੱਥੇ ਲੱਗੇ ਨੇ, ਬਣਾਏ ਗਏ ਨੇ। ਫੋਰਨ ਕੰਟਰੀ ਹੁੰਦੀ, ਕੋਈ ਹੋਰ ਦੇਸ਼ ਹੁੰਦਾ, ਕੋਈ ਵੀ ਜਾਗਰੂਕ ਲੋਕ ਹੁੰਦੇ ਤੇ ਉਹ ਆਲਟਰਨੇਟਿਵ ਮੈਥਡਸ ਜਿਹੜੇ ਅਪਲਾਈ ਕਰ ਲੈਂਦੇ, ਰੁੱਖਾਂ ਨੂੰ ਹਰ ਕੀਮਤ ਦੇ ਉੱਤੇ ਬਚਾਉਂਦੇ। ਪਰ ਮੇਰਾ ਖਿਆਲ ਹੈ ਸਾਡਾ ਅੰਮ੍ਰਿਤਸਰ ਸ਼ਹਿਰ, ਇੱਥੋਂ ਦੇ ਲੋਕ ਬੜੇ ਬਹਾਦਰ ਨੇ, ਸੂਰਮੇ ਨੇ। ਸਾਰੇ ਜਥੇਬੰਦੀਆਂ ਨੂੰ ਮੇਰੀ ਅਪੀਲ ਵੀ ਹੈ ਤੁਹਾਡੇ ਰਾਹੀਂ ਵੀ, ਸਾਗਰ ਜੀ ਤੁਸੀਂ ਬੜੇ ਵੱਡੇ ਪੱਤਰਕਾਰ ਹੋ, ਜਾਗਰੂਕ ਪੱਤਰਕਾਰ ਹੋ, ਤੁਸੀਂ ਲੋਕਾਂ ਨੂੰ ਬੜਾ ਸੰਦੇਸ਼ ਜਿਹੜਾ ਉਹ ਅਕਸਰ ਹੀ ਦਿੱਤਾ। ਇਸ ਮਾਮਲੇ ਦੇ ਵਿੱਚ ਵੀ ਮੈਂ ਆਪ ਜੀ ਦੇ ਚੈਨਲ ਨੂੰ ਵੀ ਕਹਾਂਗਾ ਕਿ ਵੱਧ ਚੜ੍ਹ ਕੇ ਜਿਹੜਾ ਆਪਣੀ ਆਵਾਜ਼ ਜਿਹੜੀ ਉਹ ਵੀ ਬੁਲੰਦ ਕਰਨ। ਸਾਡੀ ਆਵਾਜ਼ ਵੀ ਤੁਹਾਡੇ ਥਰੂ ਜਾਏਗੀ। ਲੋਕ ਜਿਹੜਾ ਹੱਕਾਂ ਲਈ, ਇਹਨਾਂ ਰੁੱਖਾਂ ਨੂੰ ਬਚਾਉਣ ਲਈ, ਲੋਕਾਂ ਨੂੰ ਚੰਗੀ ਆਕਸੀਜਨ ਲਈ ਔਰ ਇਸ ਕਰਪਸ਼ਨ ਨੂੰ ਰੋਕਣ ਦੇ ਲਈ, ਕਿਉਂਕਿ ਮੇਨ ਕਾਰਨ ਇਹਦਾ ਕਰਪਸ਼ਨ ਹੀ ਹੁੰਦਾ। ਉਸੇ ਸੜਕ ਨੂੰ ਦੁਬਾਰਾ ਬਣਾ ਦਿੱਤਾ ਜਾਂਦਾ। ਜੇ ਹੁਣ ਪਾਥਵੇ ਬਣਾਉਣਾ, ਪਾਰਕ ਬਣਾਉਣੀ ਆ, ਜੇ ਨੈਚੁਰਲੀ ਸਾਨੂੰ ਪਾਰਕ ਮਿਲੀ ਹੈ, ਨੈਚੁਰਲੀ 100 ਸਾਲ ਦੇ ਆਕਸੀਜਨ ਸਪਲਾਈ ਕਰ ਰਹੇ ਨੇ ਸਾਨੂੰ ਇਹ ਰੁੱਖ, ਤੇ ਉਹਨਾਂ ਨੂੰ ਕੱਟ ਕੇ ਛੋਟੇ ਰੁੱਖ ਲਾਣੇ ਜਾਂ ਛੋਟੇ ਪੌਦੇ ਲਾਣੇ, ਉਹਨਾਂ ਦਾ ਕੋਈ ਸਿਰ ਤੁਕ ਨਹੀਂ ਬਣਦਾ ਹੈਗਾ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਜ਼ਿਆਦਾਤਰ ਦੇਖੀ ਜਾਏ ਚਿੜੀਆਂ ਮੁੱਕ ਚੁੱਕੀਆਂ ਨੇ, ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਕਾਰਨ ਕੀ ਸਮਝਦੇ? ਇਹੋ ਹੀ ਸਮਝਦੇ ਆ ਕਿ ਰੁੱਖ ਕੱਟੇ ਜਾ ਰਹੇ ਆ, ਆਕਸੀਜਨ ਮਿਲਦੀ ਨਹੀਂ ਆ, ਮੋਬਾਈਲਾਂ ਦੇ ਜਿਹੜੇ ਨੈਟ ਦੇ ਜਿਹੜੇ ਪੈਕ ਨੇ ਉਹ ਵਧਾਈ ਜਾ ਰਹੇ ਨੇ, ਕਦੀ 3G ਫਿਰ 4G ਫਿਰ 5G, ਇਹ ਸਾਰੀਆਂ ਅਸੀਂ ਇਹ ਸਾਰੀ ਚੀਜ਼ਾਂ ਨੂੰ ਜੋੜ ਕੇ ਦੇਖ ਸਕਦੇ ਹਾਂ ਜੀ। ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ। ਜੇ ਟੈਕਨੋਲੋਜੀ ਦੀ, ਸਾਈਫਾਈ ਦੀ ਗੱਲ ਕਰੀਏ, ਸਾਇੰਟੀਫਿਕ ਸਿਸਟਮ ਦੀ ਗੱਲ ਕਰੀਏ, ਤੇ 5G ਦਾ ਵੀ ਰੋਲ ਇਹਦਾ ਅਜੋਕੇ ਸਮੇਂ ਦੇ ਵਿੱਚ ਸਾਹਮਣੇ ਆ ਰਿਹਾ। ਪਰ ਜਦੋਂ ਇੱਕ ਕੰਕਰੀਟ ਜੰਗਲ ਬਣ ਜਾਣੇ, ਰੁੱਖ ਜਿਹੜੇ ਆ ਉਹ ਕੱਟੇ ਜਾਣੇ, ਹਰੇਕ ਦਾ ਘਰ ਮਕਾਨ ਜਿਹੜਾ ਉਹ ਪੱਕਾ ਬਣਨਾ, ਕਿਸੇ ਵੀ ਤਰ੍ਹਾਂ ਚਿੜੀਆਂ ਦਾ, ਪਰਿੰਦਿਆਂ ਦਾ ਰਹਿਣਾ ਜਿਹੜਾ ਉਹ ਸਫਲਾ ਨਾ ਹੋਣਾ, ਰਹਿ ਨਾ ਸਕਣਾ, ਉਹਨਾਂ ਨੂੰ ਪਾਣੀ ਦੀ ਕਮੀ ਹੋਣੀ, ਤੇ ਉਹਨਾਂ ਦਾ ਫਿਰ ਜਦੋਂ ਰਹਿਣ ਬਸੇਰਾ ਹੀ ਨਹੀਂ ਹੋਣਾ, ਤੇ ਆਫਟਰ ਆਲ ਉਹਨਾਂ ਦੀ ਤਾਦਾਦ ਜਿਹੜੀ ਉਹ ਸਿਸਟਮ ਦੇ ਵਿੱਚ ਘਟਦੀ ਜਾਣੀ ਆ। ਈਕੋ ਸਿਸਟਮ ਵੀ ਜਿਹੜਾ ਉਹ ਬੈਲੈਂਸ ਨਾ ਹੋਣਾ। ਸੋ ਵੱਡੀ ਕਾਰਨ ਹੈ ਇਹ ਸਾਰੀ ਚੀਜ਼ਾਂ ਦੇ, ਪਰਿੰਦਿਆਂ ਦੇ ਮਰਨ ਦਾ ਔਰ ਸਾਡਾ ਈਕੋ ਸਿਸਟਮ ਜਿਹੜਾ ਖਰਾਬ ਹੁੰਦਾ। ਕੁਦਰਤੀ ਸੋਮਿਆਂ ਨੂੰ ਅਸੀਂ ਬਚਾ ਨਹੀਂ ਸਕੇ, ਰੁੱਖਾਂ ਨੂੰ ਅਸੀਂ ਵੱਢ ਰਹੇ ਹਾਂ ਕਰਪਸ਼ਨ ਦੇ ਨਾਮ ਦੇ ਉੱਤੇ ਔਰ ਜਿਹੜਾ ਡਿਵੈਲਪਮੈਂਟ ਦੇ ਨਾਮ ਦੇ ਉੱਤੇ। ਵੱਡੀ ਇੱਕ ਗੱਲ ਹੈ ਕਿ ਇੱਥੇ ਜੰਗਲਾਤ ਵਿਭਾਗ ਦਾ ਆਫਿਸ ਵੀ ਆ, ਸਾਹਮਣੇ ਸਾਰੇ ਵ੍ਰਿਕਸ਼ ਕੱਟੇ ਪਏ ਨੇ। ਜਦੋਂ ਉਹਨਾਂ ਨਾਲ ਗੱਲਬਾਤ ਕਰੀ ਦੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਨੇ ਜੋ ਹੁਕਮ ਜਾਰੀ ਕੀਤੇ ਆਪਾਂ ਉਸ ਤਰੀਕੇ ਨਾਲ ਚੱਲ ਰਹੇ ਹਾਂ। ਜੀ, ਹੁਕਮ ਜਾਰੀ ਕੀਤੇ ਆ ਸਰਕਾਰ ਨੇ। ਸਰਕਾਰ ਦੇ ਹੁਕਮ ਜਿਹੜੇ ਆ ਲੋਕਾਂ ਲਈ ਹੋਣੇ ਚਾਹੀਦੇ ਆ। ਲੋਕਾਂ ਦੀ ਸਰਕਾਰ ਹੁੰਦੀ ਆ, ਲੋਕਾਂ ਵਾਸਤੇ ਸਰਕਾਰ ਹੁੰਦੀ ਆ। ਲੋਕਾਂ ਨੇ ਜੇ ਕੱਲ ਨੂੰ ਕਿਸੇ ਦਾ ਗਲ ਘੁੱਟਣ ਦਾ ਹੁਕਮ ਜਾਰੀ ਕਰ ਲਿਆ ਤੇ ਇਹਨਾਂ ਅਫਸਰਾਂ ਨੇ ਇੰਪਲੀਮੈਂਟ ਨਹੀਂ ਕਰਾਉਣਾ। ਜੇ ਖੂਹ 'ਚ ਛਾਲ ਮਾਰਨੀ ਆ ਤੇ ਕੋਈ ਅਫਸਰ ਆਪਣੀ ਜ਼ਿੰਮੇਵਾਰੀ ਦੇ ਉੱਤੇ ਮਾਰੇ, ਆਪ ਇੰਨੀ ਜੁਰਤ ਰੱਖੇ, ਆਪਣੀਆਂ ਲੱਤਾਂ ਦੇ ਵਿੱਚ ਆਪ ਜਾਨ ਰੱਖੇ
ਸਾਹਮਣੇ ਆਵੇ। ਮੈਂ ਤੇ ਅੱਗੇ ਹੀ ਅਰਜ਼ ਕੀਤਾ, ਬੇਨਤੀ ਵੀ ਕੀਤੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਰ ਰਿਹਾ, ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵੀ ਕਰ ਰਿਹਾ ਕਿ ਇਹ ਲੋਕ ਜਿਹੜੇ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਵੱਡੀਆਂ ਕਰਪਸ਼ਨਸ ਕਰਦੇ ਨੇ, ਪੁਰਾਣੇ ਇਕੋਸਿਸਟਮ ਨੂੰ, ਪੁਰਾਣੇ ਸਾਰੇ ਹੈਰੀਟੇਜ ਵਿਰਾਸਤੀ ਚੀਜ਼ਾਂ ਨੂੰ ਵਿਗਾੜ ਕੇ ਜਿਹੜੀਆਂ ਨਵੀਆਂ ਚੀਜ਼ਾਂ ਬਣਾਉਣੀਆਂ ਚਾਹੁੰਦੇ ਨੇ, ਕਿਉਂ ਨਹੀਂ ਰੁੱਖ ਬਚਾਏ ਜਾ ਸਕਦੇ? ਵੱਡੇ ਦੇਸ਼ਾਂ ਦੇ ਵਿੱਚ ਸੜਕਾਂ ਦਾ ਰਸਤਾ ਹੀ ਬਦਲ ਦਿੱਤਾ ਜਾਂਦਾ, ਇੰਪੋਰਟੈਂਟ ਆਫਿਸਿਸ ਦਾ ਰਸਤਾ ਜਿਹੜਾ ਬਦਲ ਦਿੱਤਾ ਜਾਂਦਾ, ਬਿਲਡਿੰਗਸ ਨੂੰ ਜਿਹੜਾ ਬਦਲ ਦਿੱਤਾ ਜਾਂਦਾ, ਇੱਕ ਰੁੱਖ ਨਹੀਂ ਕੱਟਿਆ ਜਾਂਦਾ। ਪਰ ਇੱਥੇ ਕਿਹੜੀ ਐਸੀ ਇਹਨਾਂ ਦੀ ਮਜਬੂਰੀ ਹੈਗੀ ਆ ਕਿ ਅੱਛੇ 100 ਸਾਲ ਦੇ ਪਲੇ ਰੁੱਖਾਂ ਨੂੰ ਕੱਟ ਕੇ, ਔਰ ਇਸ ਰਸਤੇ ਨੂੰ ਜਿਹੜਾ ਨੈਚੁਰਲੀ ਸਾਨੂੰ ਮਿਲਿਆ ਹੈ, ਕਈ ਪੁਰਾਣੇ ਦਹਾਕਿਆਂ ਤੋਂ ਸਾਡੇ ਨਾਲ ਇਹ ਲੋਕ ਹੈ, ਇੱਥੇ ਲੋਕ ਸੈਰ ਵੀ ਕਰਦੇ ਨੇ, ਅੱਛੀ ਖੂਬਸੂਰਤੀ ਵੀ ਹੈਗੀ ਆ, ਨਹਿਰ ਦਾ ਰਸਤਾ ਵੀ ਹੈਗਾ। ਇਹ ਜੰਗਲਾਤ ਵਿਭਾਗ ਦਾ ਆਫਿਸ ਹੈ ਇੱਥੇ। ਕੋਸ਼ਿਸ਼ ਕਰਦੇ ਹਾਂ ਕੋਈ ਅੰਦਰ ਹੈਗਾ ਕਿ ਨਹੀਂ ਹੈਗਾ, ਉਹਦੇ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਫਿਲਹਾਲ ਤੁਸੀਂ ਦੇਖੋ ਕਿ ਆਫਿਸ ਦੇ ਬਿਲਕੁਲ ਸਾਹਮਣੇ ਸਾਰੇ ਵ੍ਰਿਕਸ਼, ਸਾਰੇ ਦਰਖਤ ਜਿਹੜੇ ਉਹ ਕੱਟਣੇ ਸ਼ੁਰੂ ਕਰ ਦਿੱਤੇ ਆ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸ਼ਾਇਦ ਇਹੋ ਹੀ ਸੁਣਨ ਨੂੰ ਮਿਲੇਗਾ ਕਿ ਆਰਡਰ ਨੇ, ਪਿੱਛੋਂ ਆਰਡਰ ਨੇ, ਪਰ ਆਰਡਰ ਦੇਣਾ ਕਿੰਨਾ ਕੁ ਸਹੀ ਹੈ? ਇਸ ਤਰ੍ਹਾਂ ਦੇ ਆਰਡਰ ਦੇਣਾ ਜਿਹਦੇ ਨਾਲ ਸਾਡੀ ਜਾਨਾਂ ਨਾ ਖੇਡੇ ਜਾਏ। ਵੋਟ ਪਾ ਕੇ ਅਸੀਂ ਸਰਕਾਰਾਂ ਬਣਾਉਂਦੇ ਹਾਂ, ਸਾਡੀ ਵੋਟ ਇੰਨੀ ਕੀਮਤੀ ਹੈ ਕਿ ਅਸੀਂ ਜਦੋਂ ਇੱਕ ਵੀ ਵੋਟ ਘੱਟਦੀ ਹੈ ਤਾਂ ਸਰਕਾਰ ਨਹੀਂ ਬਣਦੀ, ਬਸ ਸਰਕਾਰ ਬਣਦੀ ਸਾਡੀ ਵੋਟਾਂ ਉੱਤੇ। ਤਾਂ ਜੇ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਕੀ ਅਸੀਂ ਕਿਹਨੂੰ ਵੋਟ ਪਾਵਾਂਗੇ, ਕੀ ਕਰਾਂਗੇ ਅਸੀਂ? ਦੇਖੋ, ਬੜੀ ਵੱਡੀ ਗੱਲ ਹੈਗੀ ਆ ਰਾਜਨੀਤਿਕ ਤੌਰ ਤੇ। ਜੇ ਅਸੀਂ ਵੇਖੀਏ ਕਿ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਆ ਉਹਨਾਂ ਨੇ ਡਿਸੀਜਨ ਬਣਾਉਣੇ ਹੁੰਦੇ ਆ, ਔਰ ਜਿਹੜੇ ਥੱਲੇ ਅਫਸਰਾਨ ਹੁੰਦੇ ਆ ਉਹਨਾਂ ਨੇ ਇੰਪਲੀਮੈਂਟ ਕਰਨੇ ਹੁੰਦੇ ਆ। ਇਸ ਦੇ ਵਿੱਚ ਮੈਂ ਦੋਵਾਂ ਦੀ ਦੂਰਅੰਦੇਸ਼ੀ ਨਹੀਂ ਦੇਖ ਰਿਹਾ। ਬਹੁਤ ਨਲਾਇਕੀ ਇਹਨਾਂ ਦੀ ਨਾ ਇਹ ਲਈ ਹੈਗੀ ਆ ਕਿ ਕਿਹੜੇ ਅੱਛੇ ਰਸਤੇ ਨੂੰ ਅੱਜ ਤੱਕ ਦਹਾਕਿਆਂ ਤੱਕ ਇਹਨੂੰ ਸਾਫ਼ ਸਫਾਈ ਤੇ ਇਹਨਾਂ ਦੀ ਕਰਾਈ ਨਹੀਂ ਗਈ। ਜੇ ਇਹ ਪਏ ਆ ਤੇ ਪਏ ਕੁੱਤਿਆਂ ਵਾਂਗ ਉਸ ਰੁੱਖ ਨੂੰ ਵੱਢਣ ਦੇ ਲਈ ਹੈਗੇ ਆ, ਜਿਨ੍ਹਾਂ ਨੇ 100 ਸਾਲ ਪੁਰਾਣੇ ਸਾਡੇ ਬਜ਼ੁਰਗਾਂ ਨੂੰ ਆਕਸੀਜਨ ਦਿੱਤੀ, ਸਾਡੇ ਸ਼ਹਿਰ ਵਾਸੀਆਂ ਨੂੰ ਆਕਸੀਜਨ ਦਿੱਤੀ। ਜਦ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ, ਤੁਸੀਂ ਕੈਮਰੇ ਦੇ ਥਰੂ ਵਿਜ਼ੂਅਲਸ ਵੀ ਦੇਖੀ ਆ ਕਿ ਕਿੰਨਾ ਕੁ ਸਾਫ਼ ਰਸਤਾ ਇਹ ਤੁਹਾਨੂੰ ਦਿਸ ਰਿਹਾ ਹੈਗਾ। ਇਹਨੂੰ ਕੰਕਰੀਟ ਜੰਗਲ ਜਿਹੜਾ ਬਣਾਉਣ ਦੀ ਇਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੈਗੀ ਆ। ਮੈਂ ਤੇ ਅੱਗੇ ਗਿਆ, ਕਰਪਸ਼ਨ ਦੇ ਵਿੱਚ ਪੂਰੀ ਤਰ੍ਹਾਂ ਸੰਮਿਲਿਤ ਹੈਗੇ ਨੇ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਰੁੱਖ ਜਿਹੜੇ ਆ ਇਹਨਾਂ ਨੇ ਇੱਦਾਂ ਦੇ ਹੀ ਮਾਮਲਿਆਂ ਦੇ ਵਿੱਚ ਬਹੁਤ ਸਸਤੀ ਦਰਾਂ ਦੇ ਉੱਤੇ ਵੇਚੇ ਨੇ। ਇਹ ਸਾਰੇ ਦੀ ਜਾਂਚ ਕਰਾਉਣੀ ਜਿਹੜੀ ਬੜੀ ਲਾਜ਼ਮ ਬਣਦੀ ਹੈ। ਪਰ ਮੈਂ ਫਿਰ ਇਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਔਰ ਸਿੱਧੇ ਸ਼ਬਦਾਂ ਦੇ ਵਿੱਚ ਵੀ ਕਹਿ ਦੇਣਾ ਚਾਹੁੰਦਾ ਕਿ ਜੇ ਤੁਸੀਂ ਇਹ ਰੁੱਖ ਕੱਟਣੇ ਆ, ਵੱਢਣੇ ਆ, ਤੇ ਆਪਣੀ ਲੱਤਾਂ ਦੇ ਵਿੱਚ ਜਾਨ ਲੈ ਕੇ ਆਇਓ, ਆਪਣੇ ਸਾਰੇ ਸਿਸਟਮ ਨੂੰ ਘੋਕ ਕੇ ਆਇਓ। ਜਿਹੜੀ ਕਰਪਸ਼ਨ ਦੇ ਇਸ ਮਹਿਕਮੇ ਨੇ ਕੀਤੀ ਆ, ਜਿਹੜੇ ਅਫਸਰਾਂ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਹੋਣਗੇ, ਜਿਹੜੇ ਮੰਤਰੀ ਦੀਆਂ ਇਲ ਡਾਇਰੈਕਸ਼ਨਸ ਨੂੰ, ਜਿਹੜੀਆਂ ਕਿ ਲੋਕਾਂ ਵਾਸਤੇ ਹਿੱਤ ਦੇ ਵਿੱਚ ਨਹੀਂ ਹੈਗੀਆਂ, ਉਹਨਾਂ ਨੂੰ ਮੰਨਣਗੇ ਤੇ ਫਿਰ ਉਹ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋਣਗੇ। ਬਿਲਕੁਲ ਪਵਨ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਜਿਹੜੇ ਪਿਆਰ ਕਰਦੇ ਨੇ, ਇਹਨਾਂ ਰੁੱਖਾਂ ਨੂੰ ਪਿਆਰ ਕਰਦੇ ਨੇ, ਉਹ ਹਮੇਸ਼ਾ ਉੱਭਰ ਕੇ ਅਗਾਂਹ ਆਉਂਦੇ ਨੇ। ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ, ਕਿਸ ਤਰੀਕੇ ਦੇ ਨਾਲ ਨੰਬਰ ਪਹਿਲਾਂ ਹੀ ਪਾ ਦਿੱਤੇ ਗਏ ਨੇ ਕਿ ਕਦੋਂ ਇਹਨਾਂ ਨੂੰ ਕੱਟਣਾ ਹੈ, ਤਾਂ ਕਾਫੀ ਜਿਹੜੇ ਰੁੱਖ ਨੇ ਉਹ ਕੱਟ ਵੀ ਦਿੱਤੇ ਗਏ ਨੇ। ਅਫਸੋਸ ਦੀ ਗੱਲ, ਅਫਸੋਸ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਰਹੇ ਹਾਂ, ਜਿਹੜੇ ਸਿਸਟਮ ਦੇ ਵਿੱਚ ਕਿਸੇ ਦੀ ਜਾਨ ਦੀ ਪਰਵਾਹ ਕੀਤੇ ਹੋ ਬਿਨਾਂ ਸਿਰਫ ਤੇ ਸਿਰਫ ਹੁਕਮਾਂ ਦਾ ਪਾਲਣ ਕੀਤਾ ਜਾਂਦਾ ਹੈ ਕਿ ਸਰਕਾਰ ਹੁਕਮ ਦਿੰਦੀ ਕਿਉਂ ਆ? ਇਸ ਤਰ੍ਹਾਂ ਦੇ ਹੁਕਮ ਕਿਉਂ ਦਿੱਤੇ ਜਾਂਦੇ ਨੇ ਜਿੱਥੇ ਪਹਿਲਾਂ ਹੀ ਲੋਕ ਆਕਸੀਜਨ ਦੀ ਵਜ੍ਹਾ ਕਰਕੇ ਮਰ ਰਹੇ ਨੇ, ਪਹਿਲਾਂ ਹੀ ਇੰਤਜ਼ਾਰ ਹੈ ਕਿ ਕਦੋਂ ਇੱਕ ਸਿਲੰਡਰ ਸਾਡੇ ਕੋਲ ਆਕਸੀਜਨ ਦਾ ਆਏਗਾ ਤਾਂ ਅਸੀਂ ਆਪਣੇ ਕਿਸੇ ਪਰਿਵਾਰਿਕ ਮੈਂਬਰ ਦੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਰਡਰ ਦਿੱਤੇ ਜਾਂਦੇ ਨੇ ਕਿ ਇਹ ਜਿਹੜੇ 100 ਸਾਲ 200 ਸਾਲ ਪੁਰਾਣੇ ਰੁੱਖ ਨੇ ਉਹਨਾਂ ਨੂੰ ਕੱਟ ਦਿੱਤਾ ਜਾਵੇ, ਕਿਉਂਕਿ ਆਰਡਰ ਦਿੱਤਾ ਸਰਕਾਰ ਨੇ ਨਵੇਂ ਲੱਗਣਗੇ। ਤਾਂ ਨਵੇਂ ਕਦੋਂ ਵੱਡੇ ਹੋਣਗੇ? ਸਾਡੀ ਜ਼ਿੰਦਗੀ ਜਿਹੜੀ ਹੈ, ਸਾਡਾ ਜੀਵਨ ਜਿਹੜਾ, ਉਹਦਾ ਹਮਾਇਤੀ ਕੌਣ ਹੋਏਗਾ, ਉਹਦੀ ਸੁਰੱਖਿਆ ਕੌਣ ਕਰੇਗਾ? ਇਹ ਸਭ ਤੋਂ ਵੱਡਾ ਸਵਾਲ ਹੈ। ਜੇ ਵਾਕਿਆ ਤੁਸੀਂ ਚਾਹੁੰਦੇ ਹੋ ਕਿ ਇਹ ਰੁੱਖ ਨਾ ਕੱਟੇ ਜਾਣ ਤੇ ਆਵਾਜ਼ ਜ਼ਰੂਰ ਬੁਲੰਦ ਕਰਿਓ। ਡੇਲੀ ਪੋਸਟ ਪੰਜਾਬੀ ਨੇ ਸ਼ੁਰੂਆਤ ਤੇ ਜ਼ਰੂਰ ਕੀਤੀ ਹੈ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਦੋਸਤੋ, ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਤੇ ਪਹੁੰਚਦੇ ਹਾਂ ਜਿੱਥੇ ਕਾਫੀ ਹਰਿਆਲੀ ਹੁੰਦੀ ਹੈ, ਖੁੱਲੀ ਆਕਸੀਜਨ ਹੁੰਦੀ ਹੈ। ਇੰਝ ਲੱਗਦਾ ਕਿ ਜਿਸ ਤਰ੍ਹਾਂ ਆਸ-ਪਾਸ ਹਵਾਵਾਂ ਹੀ ਚੱਲ ਰਹੀਆਂ ਨੇ। ਖੁਸ਼ੀ ਹੁੰਦੀ ਹੈ। ਜਿਹੜੀ ਜਗ੍ਹਾ ਤੇ ਅਸੀਂ ਮੌਜੂਦ ਹਾਂ ਉਹਨੂੰ ਕਹਿੰਦੇ ਨੇ ਅੰਮ੍ਰਿਤਸਰ ਦਾ ਤਾਰਾਮਾਲਾ ਪੁੱਲ, ਮਸ਼ਹੂਰ ਤਾਰਾਮਾਲਾ ਪੁੱਲ, ਜਿੱਥੇ ਵ੍ਰਿਕਸ਼ ਹੀ ਵ੍ਰਿਕਸ਼ ਨੇ, ਰੁੱਖ ਹੀ ਰੁੱਖ ਜਗ੍ਹਾ ਤੇ ਲੱਗੇ ਨੇ। ਪਰ ਅਫਸੋਸ ਹੋਏਗਾ ਤੁਹਾਨੂੰ ਇਹ ਸੁਣ ਕੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਦਰਖਤ ਲੱਗੇ ਨੇ ਉਹਨਾਂ ਨੂੰ ਕੱਟਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਤਾਂ ਕਾਫੀ ਰੁੱਖ ਕੱਟ ਵੀ ਦਿੱਤੇ ਗਏ ਨੇ ਜਿੱਥੇ ਅਸੀਂ ਮੌਜੂਦ ਹਾਂ। ਇੱਕ ਵਾਰ ਉੱਪਰ ਕੈਮਰਾ ਮੈਨ ਤੁਹਾਨੂੰ ਤਸਵੀਰ ਦਿਖਾਏਗਾ ਕਿ ਕਿੰਨਾ ਭਰਪੂਰ ਤਰੀਕੇ ਨਾਲ ਲੱਗ ਰਿਹਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਮੌਜੂਦ ਤੇ ਹੈਗੇ ਹਾਂ, ਪਰ ਸੂਰਜ ਦੀਆਂ ਕਿਰਨਾਂ ਸਾਡੇ ਤੱਕ ਨਹੀਂ ਪਹੁੰਚਣਗੀਆਂ ਜਦੋਂ ਤੱਕ ਅਸੀਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਨਹੀਂ ਜਾਵਾਂਗੇ, ਕਿਉਂਕਿ ਇਹ ਰੁੱਖ ਛਾਂ ਦਿੰਦੇ ਨੇ, ਸਾਨੂੰ ਚੰਗੀ ਆਕਸੀਜਨ ਦਿੰਦੇ ਨੇ। ਖੁਸ਼ੀ ਹੁੰਦੀ ਹੈ ਪਰ ਅਫਸੋਸ ਵੀ ਹੁਣ ਹੋ ਰਿਹਾ। ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਨਿਸ਼ਾਨ ਲਗਾ ਦਿੱਤੇ ਗਏ ਨੇ ਕਿ ਜਿਹੜੇ ਨਿਸ਼ਾਨ ਲਗਾਏ ਗਏ ਨੇ ਉਹਨਾਂ ਦੇ ਉੱਤੇ ਬਕਾਇਦਾ ਨੰਬਰ ਵੀ ਪਾ ਦਿੱਤੇ ਗਏ ਨੇ। ਨਹਿਰ ਦੇ ਕੰਢੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਠੰਡੀਆਂ ਹਵਾਵਾਂ